ਤੇ ਸਿਰਸੇ ਦੇ ਬਾਪ ਦੀ ਜਾਇਦਾਦ ਨਹੀਂ ਜਿੱਥੋਂ ਸਿਰਸਾ ਜਿਹੜਾ ਮਤਲਬ ਸੇਵਾ ਕਰ ਰਿਹਾ ਹੈ। ਹਸਪਤਾਲ ਬਣਾਇਆ ਕਾਰਸੇ ਵਾਲੇ ਬਾਬਾ ਬਚਨ ਸਿੰਘ ਨੇ, ਉਹਨਾਂ ਦਾ ਕੋਈ ਨਾਂ ਨਹੀਂ ਲੈ ਰਿਹਾ। ਜਿੰਨਾ ਕੁਝ ਰਵੀ ਸਿੰਘ ਦੀ ਸਾਰੀ ਜ਼ਿੰਦਗੀ ਲਾ ਕੇ ਪਹਿਲਾਂ ਉਹਨੇ ਇਕੱਠਾ ਕੀਤਾ, ਫੇਰ ਵੰਡਣਾ ਸ਼ੁਰੂ ਕੀਤਾ। ਸ਼੍ਰੋਮਣੀ ਕਮੇਟੀ ਕੋਲ ਆਲਰੇਡੀ ਪਿਆ। ਜੇ ਬਗਦਾਦ ਦੇ ਵਿੱਚ ਉਹ ਜਾ ਸਕਦਾ ਤਾਂ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਜਾ ਸਕਦੀ? ਜੋ ਕੁਝ ਵੀ ਸ਼੍ਰੋਮਣੀ ਕਮੇਟੀ ਨਿਸ਼ਾਨੇ 'ਤੇ ਆਉਂਦੀ ਹੈ, ਜਿੰਨੀਆਂ ਘਾਟਾਂ ਵਾ, ਅਸਲ ਦੇ ਵਿੱਚ ਬੇਸਿਕਲੀ ਦੋਸ਼ੀ ਉਸ ਗੱਲ ਦਾ ਬਾਦਲ ਪਰਿਵਾਰ ਹੈ। ਕਿਸਾਨ ਜਿਹੜੇ ਸੀ ਚੜ੍ਹਾਈ ਕਰਦੇ ਸੀ, ਉਹਨਾਂ ਨੂੰ 1 ਲੱਖ ਦਾ ਅਨਾਊਂਸ ਕੀਤਾ ਸੀ, ਹੁਣ ਚੁੱਪ ਕਰਕੇ। ਜਿਨ੍ਹਾਂ ਨੇ ਬਾਣੇ ਵੀ ਪਾਏ ਹੋਏ ਨੇ, ਬਾਬੇ ਵੀ ਕਹਾਉਂਦੇ ਨੇ, ਅਸਤੀਫੇ ਵੀ ਦਿੱਤੇ, ਮੁੜ ਕੇ ਫੇਰ ਉੱਥੇ ਉਹਨਾਂ ਦੀ ਕੱਛ 'ਚ ਬੜੇ ਬੈਠੇ ਨੇ। ਕੋਈ ਮੀਤ ਪ੍ਰਧਾਨ ਬਣਿਆ ਬੈਠਾ, ਕੋਈ ਕੁਛ ਬਣਿਆ ਬੈਠਾ। ਪਰ ਉੱਥੇ ਸਿੱਖ ਕੌਮ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਂਦਾ ਇੱਥੇ ਦੀਆਂ ਅਦਾਲਤਾਂ ਵੱਲੋਂ, ਇੱਥੋਂ ਦੇ ਪੋਲੀਟੀਸ਼ੀਅਨਾਂ ਵੱਲੋਂ। ਉਹਨਾਂ ਨੂੰ ਨਿਸ਼ਾਨ ਸਾਹਿਬ ਨਾਲ ਕੋਈ ਤਕਲੀਫ ਨਹੀਂ ਸੀ। ਉਹਨਾਂ ਨੇ ਅੰਦੋਲਨ ਠਾਲਣਾ, ਉੱਥੋਂ ਅੰਦੋਲਨ ਫੇਲ ਕਰਨਾ। ਉਹਨਾਂ ਦੀ ਤਕਲੀਫ ਅੰਦੋਲਨ ਨਾਲ ਆ ਕਿ ਜੇ ਸੀਸਗੰਜ ਸਾਹਿਬ ਗੁਰੂ ਘਰ ਨਾ ਹੁੰਦਾ ਤਾਂ ਫਿਰ ਇਸ ਹਿੰਦੁਸਤਾਨ ਦੀ ਲੀਡਰਸ਼ਿਪ ਨੂੰ ਇਹ ਸੋਚਣਾ ਚਾਹੀਦਾ ਕਿ ਕੀ ਹੁੰਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਫਰ ਟੀਵੀ ਤੇ ਮੈਂ ਹਾਂ ਰਾਜਵੀਰ ਸਿੰਘ। ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਹੋਰਾਂ ਕੋਲ ਤੇ SGPC ਦੀਆਂ ਚੋਣਾਂ ਬਾਰੇ ਉਹਨਾਂ ਨਾਲ ਗੱਲਬਾਤ ਕਰਾਂਗੇ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, SGPC ਦੀਆਂ ਚੋਣਾਂ ਜੋ ਹੋਣੀਆਂ ਸੀਗੀਆਂ, ਇਹ ਇਸ ਕਰੋਨਾ ਕਾਲ ਦੇ ਦੌਰਾਨ ਉਹਨਾਂ ਦੇ ਵਿੱਚ ਦੇਰੀ ਆ ਰਹੀ ਹੈ, ਕੀ ਸਰਗਰਮੀਆਂ ਨੇ ਉਹਨਾਂ ਬਾਰੇ? ਦੇਖੋ, ਇਹ ਪਹਿਲੀ ਵਾਰ ਨਹੀਂ ਹੋਇਆ। ਚਲੋ, ਕਰੋਨੇ ਦਾ ਤਾਂ ਹੁਣ ਇੱਕ ਬਹਾਨਾ ਮਿਲ ਗਿਆ, ਉਸ ਤੋਂ ਬਾਅਦ ਕਿਸਾਨੀ ਅੰਦੋਲਨ ਦਾ ਇੱਕ ਬਹਾਨਾ ਮਿਲ ਗਿਆ। ਖੈਰ, ਹੁਣ ਕੋਈ ਡਿਮਾਂਡ ਵੀ ਨਹੀਂ ਕਰ ਰਿਹਾ ਕਿਉਂਕਿ ਇਸ ਟਾਈਮ ਸਾਰੀ ਪੂਰੇ ਦੁਨੀਆ ਦੀ ਨਿਗਾਹ ਕਿਸਾਨੀ ਅੰਦੋਲਨ 'ਤੇ। ਹਰ ਕੋਈ ਚਾਹੁੰਦਾ ਕਿ ਸਭ ਤੋਂ ਪਹਿਲਾਂ ਇਹਦਾ ਹੱਲ ਹੋਣਾ ਚਾਹੀਦਾ ਜੀ, ਕਿਉਂਕਿ ਸਾਡੀ ਜਿਹੜੀ SGPC ਹੈ, ਚਲੋ ਪੰਜਾਬ ਹਰਿਆਣੇ ਦੀ ਗੱਲ ਆ ਜੀ ਅਤੇ ਸਿੱਖਾਂ ਦੀ ਗੱਲ ਆ, ਪਰ ਜਿਹੜਾ ਕਿਸਾਨੀ ਅੰਦੋਲਨ ਹੈ ਉਹ ਇਸ ਮੁਲਕ ਦੇ ਹਰ ਵਸਿੰਦੇ ਤੱਕ ਜੁੜਿਆ ਹੋਇਆ ਹੈ ਜੀ। ਸੋ ਜਿੱਥੋਂ ਤੱਕ ਰਹੀ ਚੋਣਾਂ ਦੀ ਗੱਲ, ਹਮੇਸ਼ਾ ਹੀ ਜਿਹੜੀ ਸਰਕਾਰ ਹੈ ਉਹਦਾ ਇਹ ਰਵੱਈਆ ਰਿਹਾ ਜੀ ਕਿ ਹਮੇਸ਼ਾ ਹੀ SGPC ਦੀ ਚੋਣ ਕਦੇ ਵੀ ਟਾਈਮ 'ਤੇ ਨਹੀਂ ਹੋਈ। ਹਮੇਸ਼ਾ ਇਹਨੂੰ ਲੇਟ ਕੀਤਾ ਗਿਆ ਜੀ। ਹਮੇਸ਼ਾ ਹੀ ਇਹਨੂੰ ਕਦੇ 7 ਸਾਲ, ਕਦੇ 10 ਸਾਲ, ਅਤੇ ਹੁਣ ਵੀ ਲਗਭਗ ਜਿਹੜੇ ਨੇ 11 ਸਾਲ ਹੋ ਗਏ। ਅਤੇ ਹੁਣ ਜਿਹੜਾ ਮੌਜੂਦਾ ਕਾਬਜ਼ ਧੜਾ ਹੈ ਉਹ ਬਹਾਨਾ ਲੈਂਦਾ ਕਿ ਜੀ 2016 ਤੱਕ ਸੁਪਰੀਮ ਕੋਰਟ ਦੇ ਵਿੱਚ ਕੇਸ ਜਿਹੜਾ ਸਹਿਜਧਾਰੀਆਂ ਵਾਲਾ ਸਟੇ ਰਿਹਾ ਜੀ, ਸਾਨੂੰ ਕੰਮ ਕਰਨ ਦੀ ਜਿਹੜੀ ਆਗਿਆ ਨਹੀਂ ਮਿਲੀ। ਹਾਲਾਂਕਿ ਉਦੋਂ ਵੀ ਕਬਜ਼ਾ ਉਹਨਾਂ ਦਾ ਸੀ ਜੀ, ਹੁਣ ਵੀ ਕਬਜ਼ਾ ਉਹਨਾਂ ਦਾ। ਇਹੋ ਜਿਹੀ ਕਿਹੜੀ ਤੋੜ ਰਹੇਗੀ ਵੀ ਜਿਹੜਾ ਤੁਸੀਂ ਜਿਹੜੇ ਬਨੇਰੇ ਉਦੋਂ ਢਾਉਣੇ ਸੀ ਵੀ ਹੁਣ ਢਾਓਗੇ? ਉਹ ਤਾਂ ਸਭ ਨੂੰ ਪਤਾ ਹੈ। ਜੋ ਤੁਸੀਂ 80 ਸਾਲਾਂ 'ਚ 100 ਸਾਲ 'ਚ ਨਹੀਂ ਕਰ ਸਕੇ, ਹੁਣ ਸਾਲ 2 ਸਾਲ ਜੇ ਅੱਗੇ ਪਿੱਛੇ ਹੋ ਜਾਊਗਾ, ਉਹਦੇ ਨਾਲ ਕੀ ਕਰ ਲੈਣਗੇ? ਪਤਾ ਹੀ ਆਪਾਂ ਨੂੰ ਸ਼੍ਰੋਮਣੀ ਕਮੇਟੀ ਕੀ ਕਰ ਰਹੀ ਜੀ। ਸੋ ਭਾਈ ਸਾਹਿਬ, ਇਹ ਸਹਿਜਧਾਰੀ ਦੀ ਡੈਫੀਨੇਸ਼ਨ ਕੀ ਹੈ ਉਹ ਦੱਸ ਦਿਓ। ਦੇਖੋ, ਜਿਹੜੀ ਇਹ ਪਹਿਲਾਂ ਫਾਰਮ ਚੱਲ ਰਿਹਾ ਸੀ ਉਹਦੇ ਵਿੱਚ ਕੀ ਹੁੰਦਾ ਸੀ ਕਿ ਜਿਹੜੇ ਲੋਕ ਸਿੱਖਾਂ ਦੇ ਘਰ ਦੇ ਵਿੱਚ ਨਹੀਂ ਜੰਮੇ ਜੀ, ਉਹਨਾਂ ਦੀਆਂ ਵੀ ਸਹਿਜਧਾਰੀ ਵੋਟਾਂ ਬਣਾ ਕੇ ਈਵਨ ਭਈਆਂ ਦੀਆਂ ਵੋਟਾਂ ਵੀ ਇੱਥੇ ਜਿਹੜੀਆਂ ਸੀ ਉਹ ਪਵਾਈਆਂ ਜਾਂਦੀਆਂ ਸੀ ਜੀ। ਜਦੋਂ ਕਿ 1925 ਐਕਟ ਦੇ ਮੁਤਾਬਕ ਇਹ ਹੈ ਕਿ ਜਿਹਦੇ ਮਗਰ ਕੌਰ ਅਤੇ ਜਿਹਦੇ ਮਗਰ ਸਿੰਘ ਲੱਗਦਾ ਹੋਵੇ ਜੀ। ਪਰ ਉਹਦੇ ਨਾਲ ਹੁਣ ਜਿਹੜੀ ਨਵੀਂ ਆਇਡੈਂਟੀ ਦਿੱਤੀ ਗਈ ਹੈ ਉਹ ਇਹ ਆ ਕਿ ਸਾਬਤ ਸੂਰਤ ਹੋਵੇ ਜੀ, ਚਾਹੇ ਭਾਈ ਆ ਅਤੇ ਚਾਹੇ ਮਾਈ ਆ। ਔਰ ਬਿਲਕੁਲ ਜਾਇਜ਼ ਆ ਗੱਲ, ਕਿਉਂਕਿ ਗੁਰੂ ਘਰ ਦਾ ਪ੍ਰਬੰਧ 10ਵੇਂ ਪਾਤਸ਼ਾਹ ਦੀ ਆਈਡੀਓਲੋਜੀ 'ਤੇ ਚੱਲਦਾ ਜੀ। ਗੁਰੂ ਘਰ ਦਾ ਪ੍ਰਬੰਧ ਕਿਸੇ ਪਾਰਟੀ ਜਾਂ ਕਿਸੇ ਸਰਕਾਰ ਜਾਂ ਕਿਸੇ ਬੰਦੇ ਦੀਆਂ ਨਿੱਜੀ ਰਾਏ ਨਾਲ ਨਹੀਂ ਚੱਲ ਸਕਦਾ ਜੀ। ਹੁਣ ਇਹਦੇ ਵਿੱਚ ਲੋਕ ਤਰਕ ਵੀ ਦਿੰਦੇ ਨੇ ਜੀ, ਮੱਥਾ ਤਾਂ ਹਰ ਕੋਈ ਟੇਕਦਾ, ਅਤੇ ਮੱਥੇ 'ਤੇ ਫਿਰ ਦੂਜੇ ਧਰਮਾਂ ਦੇ ਲੋਕ ਵੀ ਟੇਕਦੇ ਨੇ ਜੀ। ਜੇ ਇਸ ਆਧਾਰ 'ਤੇ ਹੀ ਆਪਾਂ ਸਮਝਣਾ ਕਿ ਉਹਨਾਂ ਨੂੰ ਵੋਟ ਦਾ ਅਧਿਕਾਰ ਦੇ ਦਿਓ, ਫਿਰ ਤਾਂ ਦੂਜਿਆਂ ਨੂੰ ਵੀ ਚਾਹੀਦਾ। ਜਿਹੜਾ ਇਹਦਾ ਮਤਲਬ ਫਿਰ ਤਾਂ ਹਰੇਕ ਨੂੰ ਚਾਹੀਦਾ ਜਿਹੜਾ ਗੁਰੂ ਘਰ ਆਉਂਦਾ ਮੱਥਾ ਟੇਕਣ ਵਾਸਤੇ। ਨਹੀਂ, ਇਹ ਪ੍ਰਬੰਧ ਦੀ ਗੱਲ ਆ। ਪ੍ਰਬੰਧ ਵੋਟ ਵੀ ਉਹੀ ਪਾ ਸਕਦਾ ਕਿ ਜਿਹੜਾ 10ਵੇਂ ਪਾਤਸ਼ਾਹ ਦੀ ਜਿਹੜੀ ਸਾਬਤ ਸੂਰਤ ਦਸਤਾਰ ਸਿਰਾ ਇਸ ਆਈਡੀਓਲੋਜੀ 'ਤੇ ਖੜਿਆ। ਬਿਲਕੁਲ ਮੈਂ ਇਹਦੇ ਹੱਕ ਦੇ ਵਿੱਚ ਹਾਂ। ਔਰ ਕਿਉਂਕਿ ਦੂਸਰੀ ਗੱਲ ਇਹ ਹੈ ਕਿ ਲੜ ਹੋ ਸਕਦਾ ਜਿਹੜਾ ਅੰਮ੍ਰਿਤਧਾਰੀ ਹੋਵੇ, 5 ਕਕਾਰਾਂ ਦਾ ਧਾਰਨੀ ਹੋਵੇ, 10ਵੇਂ ਪਾਤਸ਼ਾਹ ਦੀ ਰਹਿਤ 'ਤੇ ਪਰਪੱਕ ਹੋਵੇ। ਇੱਕ ਨਿਯਮ ਉਪਨਿਯਮ ਜਿਹੜੇ ਨੇ ਇਹਦੇ ਵਿੱਚ ਬਣੇ ਹੋਏ ਨੇ, ਇਹੀ ਇਹਦੀ ਡੈਫੀਨੇਸ਼ਨ, ਇਹੀ ਪਰਿਭਾਸ਼ਾ। ਪਰ ਇਹ ਜਿਹੜਾ ਮਸਲਾ ਇਹ ਨਿਬੜ ਚੁੱਕਿਆ, ਜਿਹੜਾ ਪਾਰਲੀਮੈਂਟ ਨੇ ਇਹ ਕਾਨੂੰਨ ਜਿਹੜਾ ਹੁਣ ਪਾਸ ਕਰ ਦਿੱਤਾ ਜੀ। ਅਤੇ ਭਾਈ ਸਾਹਿਬ, ਚੋਣਾਂ ਦਾ ਕੀ ਲੱਗਦਾ ਹੈ ਕਿੰਨੇ ਸਮੇਂ ਦੇ ਵਿੱਚ ਹੋ ਜਾਣਗੀਆਂ? ਬਹੁਤਾ ਸਮਾਂ ਨਹੀਂ,
ਮੇਰਾ ਖਿਆਲ ਓਬਵੀਅਸਲੀ ਆ ਕਿ ਹੋਣੀ ਚਾਹੀਦੀ ਆਉਣ ਵਾਲੇ ਮਹੀਨਿਆਂ ਦੇ ਵਿੱਚ। ਸਾਡੀ ਇਹੀ ਡਿਮਾਂਡ ਆ ਜੀ ਕਿ ਵਿਧਾਨ ਸਭਾ ਤੋਂ ਇਹ ਚੋਣ ਜਿਹੜੀ ਆ ਪਹਿਲਾਂ ਹੋਣੀ ਚਾਹੀਦੀ ਹੈ। ਤਾਂ ਮੇਰਾ ਖਿਆਲ ਹੈ ਕਿੰਨਾ ਕੁ ਜਿਹੜਾ ਕੋਈ ਲੇਟ ਚਲਿਆ ਜਾਊਗਾ, ਵਿਦਨ 1 ਈਅਰ ਮੈਨੂੰ ਲੱਗਦਾ ਕਿ ਇਹ ਜਿਹੜੀ ਚੋਣ ਹੈ ਉਹ ਸਾਲ ਜਾਂ ਉੱਪਰ 2-4 ਮਹੀਨੇ ਜਿੰਨਾ ਕੁ ਵੀ, ਕਿਉਂਕਿ ਚੋਣ ਕਮਿਸ਼ਨ ਲੱਗ ਚੁੱਕਿਆ ਜੀ ਅਸੀਂ ਹੁਣ ਜਲਦੀ ਉਹਨਾਂ ਨੂੰ ਪੰਥਕ ਅਕਾਲੀ ਲਹਿਰ ਵੱਲੋਂ ਮੈਮੋਰੰਡਮ ਵੀ ਦੇਣ ਜਾ ਰਹੇ ਹਾਂ ਜੀ ਤੇ ਉਸ ਮੈਮੋਰੰਡਮ ਦਾ ਮਕਸਦ ਇਹੀ ਆ ਕਿ ਤੁਸੀਂ ਜਿਹੜਾ ਚੋਣ ਨੂੰ ਜਲਦੀ ਕਰਵਾਓ। ਤੇ ਜਿੱਥੋਂ ਤੱਕ ਹੁਣ ਸਾਨੂੰ ਪਤਾ ਲੱਗ ਰਿਹਾ ਕਿ ਜਿਹੜੀ ਪੰਜਾਬ ਦੀ ਸਰਕਾਰ ਆ ਉਹਦੀ ਢਿੱਲ ਹੈ, ਸੈਂਟਰ ਸਰਕਾਰ ਵੱਲੋਂ ਜੋ ਉਹਨਾਂ ਦੀ ਕਾਰਵਾਈ ਬਣਦੀ ਸੀ ਉਹਨਾਂ ਨੇ ਹਜੇ ਫਿਲਹਾਲ ਕੀਤੀ ਹੋਈ ਹੈ। ਜੀ ਸੋ ਭਾਈ ਸਾਹਿਬ, ਇਹ ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਇਹ ਸ਼੍ਰੋਮਣੀ ਕਮੇਟੀ ਦੀ ਜੋ ਕਾਰਗੁਜ਼ਾਰੀ ਆ ਉਸ ਦੇ ਵਿੱਚ ਉਹਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਂ ਸਮਝਦਾ ਕਿ ਇਹ ਇਹੋ ਜਿਹਾ ਵਕਤ ਆ ਕਿ ਅਸੀਂ ਬਜਾਏ ਇਸ ਦੇ ਕਿ ਇੱਕ ਦੂਸਰੇ ਦਾ ਨਿਰੀਖਣ ਕਰਕੇ ਕਿਸੇ ਨੂੰ ਛੋਟਾ ਦਿਖਾਈਏ, ਕਿਸੇ ਨੂੰ ਵੱਡਾ ਦਿਖਾਈਏ, ਚਾਹੇ ਕਿਸੇ ਉੱਥੇ ਥੋੜ੍ਹੀ ਸੇਵਾ ਕੀਤੀ ਚਾਹੇ ਬਹੁਤੀ ਕੀਤੀ, ਜੀ ਇਸ ਵਕਤ ਸਾਡੀਆਂ ਜਿਹੜੀਆਂ ਲੜਾਈਆਂ ਨੇ ਜਾਂ ਸਾਡੇ ਡਿਫਰੈਂਸਿਸ ਨੇ ਉਹ ਇਸ ਧਰਤੀ ਤੱਕ ਨੇ। ਜੀ ਇਹ ਫਿਰ ਵੀ ਰਹਿਣਗੇ, ਫਿਰ ਵੀ ਲੜਾਈ ਲੜਾਂਗੇ। ਜੀ ਪਰ ਮੈਂ ਹਮੇਸ਼ਾ ਹੀ ਜਦੋਂ ਤੋਂ ਇਹ ਕਿਸਾਨੀ ਅੰਦੋਲਨ ਚੱਲਿਆ, ਮੈਂ ਕਿਤੇ ਜੇ ਬਹੁਤੀ ਜ਼ਿਆਦਾ ਕਿਤੇ ਕੋਈ ਅੱਤ ਵਾਲੀ ਗੱਲ ਹੋਈ ਆ ਉੱਥੇ ਹੀ ਕਮੈਂਟ ਕੀਤਾ। ਮੈਂ ਇਹੀ ਸਮਝਦਾ ਕਿ ਹਜੇ ਸਾਰਿਆਂ ਨੂੰ ਇਕਮੁੱਠ ਹੋ ਕੇ, ਕਿਉਂਕਿ ਇਸ ਅੰਦੋਲਨ ਦੇ ਵਿੱਚ ਸਿੱਖ ਕੌਮ ਦਾ ਸਭ ਤੋਂ ਵੱਡਾ ਸਰਮਾਇਆ ਲੱਗਿਆ ਹੋਇਆ ਹੈ। ਜੀ ਇਹਦੀ ਹਾਰ ਜਿੱਤ, ਇਹਦਾ ਚੰਗੇ ਮਾੜੇ ਦਾ ਪ੍ਰਭਾਵ ਵੀ ਜਿਹੜਾ ਸਭ ਤੋਂ ਵੱਧ ਸਿੱਖ ਕੌਮ ਨੇ ਜਿਹੜਾ ਪੈਣਾ। ਜੀ ਤੋ ਇਸ ਲਈ ਇਸ ਵਕਤ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਜਿਹੜਾ ਚੱਲਣ ਦੀ ਲੋੜ ਆ। ਸੋ ਮੇਰਾ ਖਿਆਲ ਹੈ ਕਿ ਉਹਨਾਂ ਨੇ ਜਿੰਨਾ ਵੀ ਕੰਮ ਕੀਤਾ, ਥੋੜ੍ਹਾ ਕੀਤਾ ਬਹੁਤਾ ਕੀਤਾ, ਇਹ ਨਿਰਣਾ ਜਿਹੜਾ ਇਹ ਵਾਸਤਵ ਦੇ ਵਿੱਚ ਉਦੋਂ ਹੀ ਹੋਊਗਾ ਜਦੋਂ ਅੰਦੋਲਨ ਖਤਮ ਹੋ ਜਾਊਗਾ। ਜੀ ਉਦੋਂ ਸਾਰੀਆਂ ਗੱਲਾਂ ਬਾਹਰ ਆਉਣਗੀਆਂ ਕਿ ਕਿਹੜਾ ਬੰਦਾ, ਉਹਦੀ ਕਪੈਸਿਟੀ ਕਿੰਨੀ ਸੀ, ਜੀ ਉਹਨੇ ਕੀਤਾ ਕਿੰਨਾ। ਜੀ ਇੱਕ ਬੰਦੇ ਦੀ ਕਪੈਸਿਟੀ ਇੰਨੀ ਸੀ, ਉਹਨੇ ਕੀਤਾ ਕਿੰਨਾ। ਹਾਂਜੀ ਇੱਥੇ ਇਹੋ ਜਿਹੇ ਪ੍ਰਚਾਰਕ ਬੈਠੇ ਨੇ ਜਿਹੜੇ ਕੋਲ ਕਰੋੜਾਂ ਦੀਆਂ ਗੱਡੀਆਂ ਨੇ, ਆਲੀਸ਼ਾਨ ਨੇ, ਜੀ ਤੇ ਉਹਨਾਂ ਇਕੱਲਾ SGPC ਦਾ ਨਹੀਂ, ਉਹਨਾਂ ਦਾ ਨਿਰਣਾ ਵੀ ਹੋਊਗਾ। ਸਰ, ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਪ੍ਰਚਾਰਕ ਤੇ ਉਹ ਦਿਖੇ ਵੀ ਨਹੀਂ ਕਿਤੇ, ਉਹ ਕਹਿੰਦੇ ਸਾਨੂੰ 3-3 ਕਰੋੜ ਰੁਪਈਆ ਲੱਗ ਜਾਣਾ ਉੱਥੇ ਸਿੰਘੂ ਬਾਰਡਰ ਪਹੁੰਚਣ ਨੂੰ। ਨਹੀਂ, ਮੈਂ ਕਿਸੇ ਨੂੰ ਇਕੱਲਾ ਇਹੀ ਨਹੀਂ, ਬੜੇ ਨੇ ਜੀ, ਉਹ ਸਾਰੀ ਕੌਮ ਦੀ ਨਿਗਾਹ ਦੇ ਵਿੱਚ ਨੇ। ਜੀ ਤੇ ਇਸ ਕਰਕੇ ਜੇ ਉਹਨਾਂ ਦੇ ਕਿੰਨਾ ਲੱਗਦਾ, ਕਿੰਨਾ ਉਹਨਾਂ ਨੇ ਕਿਸਾਨੀ ਅੰਦੋਲਨ ਨੂੰ ਦਿੱਤਾ, ਇਹ ਇੱਕ ਵੱਖਰਾ ਵਿਸ਼ਾ ਹੈ। ਮੈਂ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਸੀ ਵੀ ਇਕੱਲਾ SGPC ਨੂੰ ਅਸੀਂ ਸਿਰਫ ਇਸ ਕਰਕੇ ਕਿ ਇੱਥੇ ਬਾਦਲ ਪਰਿਵਾਰ ਨੇ ਇਹਦੇ 'ਤੇ ਕਬਜ਼ਾ ਕੀਤਾ ਹੋਇਆ, ਤੇ ਉਹ ਪਰਿਵਾਰ ਹੈ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ। ਜੀ ਕਿਉਂਕਿ ਰਾਜ ਉਹਦਾ ਸੀ, ਜੀ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਸੀ ਤੇ ਸਮੇਰ ਸਿੰਘ ਸੈਣੀ ਨੂੰ ਉਹਨਾਂ ਨੇ DGP ਲਾਇਆ ਹੋਇਆ ਸੀ। ਇਸ ਕਰਕੇ ਉਹ ਨਾਰਾਜ਼ਗੀ ਸਿੱਖ ਕੌਮ ਦੀ, ਇਹ ਪਰਿਵਾਰ ਚੱਲਦਾ ਰਹੂਗਾ। ਅੱਜ ਉਹ ਕਾਬਜ਼ ਹੈ, ਅੱਜ ਉਹ ਅਕਾਲ ਤਖਤ ਦਾ ਜਥੇਦਾਰ ਵੀ ਉਹੀ ਕੁਛ ਕਰਦਾ ਜੋ ਕੁਛ ਉਹ ਪਰਿਵਾਰ ਕਹਿੰਦਾ ਹੈ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਉਹੀ ਕੁਛ ਕਰਦਾ ਜੋ ਪਰਿਵਾਰ ਕਹਿੰਦਾ ਹੈ। ਜੀ ਅਸੀਂ ਕਿਉਂ ਮੌਕਾ ਦਿੱਤਾ ਸਰਕਾਰ ਨੂੰ? ਕਿਉਂਕਿ ਇਹ ਗੱਲ ਦੀ ਜਿਹੜੀ ਹੈ ਚਿੰਤਾ ਸੀ ਇਸ ਗੱਲ ਦੀ। ਜੀ ਦੂਸਰੀ ਗੱਲ, ਨਿਸ਼ਾਨ ਸਾਹਿਬ ਦੀ ਇੱਕ ਮਰਜ਼ਾਦਾ, ਨਿਸ਼ਾਨ ਸਾਹਿਬ ਜਿੱਥੇ ਗੱਡਿਆ ਜਾਂਦਾ ਨਾ, ਮੁੜ ਕੇ ਪੱਟਿਆ ਨਹੀਂ ਜਾਂਦਾ। ਜੀ ਨਿਸ਼ਾਨ ਸਾਹਿਬ ਜਿੱਤ ਦਾ ਪ੍ਰਤੀਕ ਆ। ਜੀ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਰਿਹਾ ਉੱਥੇ। ਇਹ ਇੱਕ ਵੱਖਰੇ ਸਵਾਲ ਨੇ, ਇਹ ਵੱਖਰਾ ਵਿਸ਼ਾ। ਆਉਣ ਵਾਲੀ ਹਿਸਟਰੀ ਦੇ ਵਿੱਚ ਸਾਡੀ ਕੌਮ ਦਾ, ਇਹ ਆਉਣ ਵਾਲੇ ਭਵਿੱਖ ਦੇ ਵਿੱਚ, ਆਉਣ ਵਾਲੇ ਕੱਲ੍ਹ ਦੇ ਵਿੱਚ ਇਹ ਪੋਜ਼ੀਟਿਵ ਪੱਖ ਹੋ ਸਕਦਾ। ਜੀ ਇਹਨੂੰ ਮੈਂ ਇਨਕਾਰ ਨਹੀਂ ਕਰਦਾ। ਜੀ ਉਹ ਸਾਡੇ ਬੱਚਿਆਂ ਲਈ ਇੱਕ ਸੇਧ ਹੋ ਸਕਦੀ ਹੈ ਕਿ ਉਸ ਸਮੇਂ ਸਿੱਖਾਂ ਨੇ ਲਲਕਾਰ ਕੇ ਜਾ ਕੇ ਉੱਥੇ ਨਿਸ਼ਾਨ ਸਾਹਿਬ ਫਹਿਰਾ ਦਿੱਤਾ। ਪਰ ਉਸ ਦਿਨ ਜਿਹੜਾ ਉਹਦਾ ਇਫੈਕਟ ਜਿਹੜਾ ਉਹ ਸਰਕਾਰ ਨੂੰ ਮੌਕਾ ਮਿਲ ਗਿਆ, ਇੰਨੀ ਕੋਈ ਗੱਲ ਹੋਈ ਨਹੀਂ ਸੀ। ਉਹੀ ਨਿਸ਼ਾਨ ਸਾਹਿਬ ਦਿੱਲੀ ਕਮੇਟੀ ਜਦੋਂ ਉੱਥੇ ਫਤਿਹ ਦਿਵਸ ਮਨਾਉਂਦੀ ਹੈ, ਉਹਦੇ 'ਤੇ ਜਿਹੜਾ ਆਪਣਾ ਚਲਾਇਆ ਜਾਂਦਾ, ਦੇਸ਼ ਦਾ ਪ੍ਰਧਾਨ ਮੰਤਰੀ ਉਹੀ ਨਿਸ਼ਾਨ ਸਾਹਿਬ ਦੇ ਨਿਸ਼ਾਨ ਦਾ ਆਪਣੇ ਸਿਰ 'ਤੇ ਜਿਹੜਾ ਉਹ ਪਟਕਾ ਬੰਨ੍ਹ ਕੇ ਮੱਥਾ ਟੇਕਦਾ। ਜੀ ਉਹੀ ਨਿਸ਼ਾਨ ਸਾਹਿਬ ਜਿਹੜਾ ਭਾਰਤ ਦੀ ਫੌਜ ਲੈ ਕੇ ਚਾਈਨਾ ਨੂੰ ਡਰਾਉਣ ਵਾਸਤੇ ਤੁਰਦੀ ਹੈ। ਇਹ ਸਾਰੀਆਂ ਗੱਲਾਂ ਦੀ ਆਪਾਂ ਨੂੰ ਸਮਝ ਆ। ਪਰ ਉਹਦੇ ਵਿੱਚ ਕੀ ਹੋਇਆ ਕਿ ਜੋ ਸਰਕਾਰ, ਦੇਖੋ ਮੀਡੀਆ ਤੇ ਸਰਕਾਰ ਇੱਕ ਗੱਲ ਮੰਨ ਕੇ ਚਲੋ, ਉਹਨਾਂ ਨੂੰ ਨਿਸ਼ਾਨ ਸਾਹਿਬ ਨਾਲ ਕੋਈ ਤਕਲੀਫ ਨਹੀਂ ਸੀ। ਉਹਨਾਂ ਨੇ ਅੰਦੋਲਨ ਠਾਲਣਾ, ਉੱਥੋਂ ਅੰਦੋਲਨ ਫੇਲ ਕਰਨਾ, ਉਹਨਾਂ ਦੀ ਤਕਲੀਫ ਅੰਦੋਲਨ ਨਾਲ ਆ। ਸੋ ਇਸ ਕਰਕੇ ਭਵਿੱਖ ਦੇ ਵਿੱਚ ਵੀ ਅਸੀਂ ਇਹ ਜਿਹਾ ਮੌਕਾ ਨਾ ਦਈਏ ਕਿ ਉਹਨਾਂ ਨੂੰ ਕੋਈ ਮੌਕਾ ਮਿਲ ਜੇ। ਦੇਖੋ, ਤੁਹਾਨੂੰ ਇਹ ਯਾਦ ਰੱਖਣਾ ਹੋਊਗਾ ਕਿ ਜੋ ਮਾਹੌਲ ਉਸ ਤਰ੍ਹਾਂ ਦਾ ਬਣਾਇਆ ਗਿਆ, ਗੁਰਦੁਆਰਾ ਸੀਸਗੰਜ ਸਾਹਿਬ ਦੇ ਸਾਹਮਣੇ ਜਾ ਕੇ ਨਾਅਰੇਬਾਜ਼ੀ ਕਰਾਈ। ਜੀ ਮੈਂ ਤਾਂ ਇਸ ਗੱਲ ਨੂੰ ਕਹਿ ਸਕਦਾ ਕਿ ਉਹ ਦਿਨ ਡੁੱਬ ਕੇ ਕਿਉਂ ਨਾ ਮਰ ਗਏ ਇਸ ਹਿੰਦੁਸਤਾਨ ਦੇ ਲੀਡਰ, ਜਿਨ੍ਹਾਂ ਦੀ ਨੱਕ ਦੇ ਥੱਲੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਸਾਹਮਣੇ ਨਾਅਰੇਬਾਜ਼ੀ ਹੋਵੇ। ਮੈਂ ਕਹਿੰਦਾ ਸ਼ਰਮ ਕਰਨੀ ਚਾਹੀਦੀ ਆ।
ਕਿ ਜੇ ਸੀਸ ਗੰਜ ਸਾਹਿਬ ਗੁਰੂ ਘਰ ਨਾ ਹੁੰਦਾ ਜੀ ਤਾਂ ਫਿਰ ਇਸ ਹਿੰਦੁਸਤਾਨ ਦੀ ਲੀਡਰਸ਼ਿਪ ਨੂੰ ਇਹ ਸੋਚਣਾ ਚਾਹੀਦਾ ਕਿ ਕੀ ਹੁੰਦਾ। ਜੀ ਉਹ ਹਿਸਟਰੀ ਸਾਹਮਣੇ ਪਈ ਹੈ। ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਉਸ ਵਕਤ ਆਪਣਾ ਸੀਸ ਬਲੀਦਾਨ ਦਿੱਤਾ, ਸੀਸ ਕਟਾਇਆ, ਉਸ ਵਕਤ ਸਿੱਖਾਂ ਨੂੰ ਕੋਈ ਖਤਰਾ ਨਹੀਂ ਸੀ। ਜੀ ਕਸ਼ਮੀਰ ਤੋਂ ਸਿੱਖ ਚੱਲ ਕੇ ਨਹੀਂ ਸੀ ਆਏ ਗੁਰੂ ਸਾਹਿਬ ਦੇ ਕੋਲ। ਜੀ ਤੋ ਇਸ ਕਰਕੇ ਇਸ ਗੱਲ ਦੀ, ਪਰ ਮੈਂ ਸਮਝਦਾ ਕਿ ਜੋ ਰਕੇਸ਼ ਟਕੈਤ ਨੇ ਪਰਮਾਤਮਾ ਨੇ ਕਰਾਇਆ, ਜੋ ਮਾਹੌਲ ਬਣਿਆ ਉਹਦੇ ਨਾਲ ਇਹ ਸਾਰਾ ਕੁਝ ਦਾ ਰਿਜ਼ਲਟ ਮੈਂ ਹੁਣ ਇਹ ਕੱਢਦਾ ਕਿ 26 ਨੂੰ ਸਾਡੇ 'ਤੇ ਪ੍ਰਭਾਵ ਜਿਹੋ ਜਿਹਾ ਪਿਆ, ਸਰਕਾਰਾਂ ਕਾਮਯਾਬ ਹੋਈਆਂ, ਪਰ 28 ਤੋਂ ਬਾਅਦ ਸਿੱਖਾਂ ਦੀ ਸ਼ਾਖ ਇਸ ਮੁਲਕ ਦੇ ਵਿੱਚ ਇੱਕ ਬਾਕਮਾਲ ਖੜੀ ਹੋ ਗਈ। ਜੀ ਅੱਜ ਤੁਸੀਂ ਕਿਸੇ ਵੀ ਜਾ ਕੇ ਚੌਧਰੀ ਦੇ ਮੂਹਰੇ ਮੈਕ ਕਰੋ, ਜੀ ਉਹ ਸਭ ਤੋਂ ਪਹਿਲਾਂ ਇਹ ਕਹਿੰਦਾ ਹਮੇ ਖਾਲਿਸਤਾਨੀ ਕਹਿ ਕੇ ਜੇ ਬਦਨਾਮ ਕਰ ਰਹੇ ਨੇ। ਜੀ ਤੋ ਇਸ ਕਰਕੇ ਪਰਮਾਤਮਾ ਦੇ ਰੰਗ ਨੇ, ਰੰਗਾਂ ਦੇ ਰੰਗ ਪਰਮਾਤਮਾ ਖੇਡਦਾ। ਸੋ ਇਸ ਕਰਕੇ ਹੁਣ ਅਸੀਂ ਕਹਿ ਸਕਦੇ ਹਾਂ ਕਿ ਜੋ ਹੋਇਆ ਉਹਦੀ ਰਜ਼ਾ ਦੇ ਵਿੱਚ ਹੋਇਆ, ਤੇ ਅੱਗੇ ਵੀ ਜੋ ਹੋਊਗਾ ਉਹਦੀ ਰਜ਼ਾ ਦੇ ਵਿੱਚ ਹੀ ਹੋਊਗਾ। ਜੀ ਸੋ ਭਾਈ ਸਾਹਿਬ, ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਸੀ ਇਹ ਜਿੱਦਾਂ ਭਾਈ ਰਵੀ ਸਿੰਘ ਖਾਲਸਾ ਹੋਰਾਂ ਨੇ ਕਿਹਾ ਸੀ ਜਥੇਬੰਦੀਆਂ ਦੇ ਲੀਡਰਾਂ ਨੂੰ ਵੀ ਇਹਨਾਂ ਨੌਜਵਾਨਾਂ ਨੂੰ, ਚਾਹੇ ਦੀਪ ਸਿੱਧੂ ਹੋਵੇ, ਭਾਵੇਂ ਲੱਖਾ ਸਧਾਣਾ ਹੋਵੇ, ਭਾਵੇਂ ਹੋਰ ਹੋਣ, ਵੀ ਉਹਨਾਂ ਨੂੰ ਨਾਲ ਲੈ ਕੇ ਚੱਲੋ, ਪਰ ਜਥੇਬੰਦੀਆਂ ਵੱਲੋਂ ਇਹ ਢਿੱਲ ਰਹੀ ਆ, ਉਹਨਾਂ ਨੇ ਨਾਲ ਨਹੀਂ ਲਿਆ ਉਹਨਾਂ ਨੂੰ? ਮੈਂ ਭਾਈ ਸਾਹਿਬ ਇਸ ਸਥਿਤੀ ਵਿੱਚ ਨਹੀਂ ਕਿ ਮੈਂ ਇਹਦੇ 'ਤੇ ਹਜੇ ਕੋਈ ਕਮੈਂਟ ਕਰਾਂ। ਜੀ ਹੋ ਸਕਦਾ ਜੀ ਕਿ ਉਹਨਾਂ ਨਾਲੋਂ ਵੱਧ ਪੀੜਤ ਮੈਂ ਹੋਵਾਂ। ਜੀ ਅਸੀਂ ਇੰਨਾ ਕੁਝ ਕਰਕੇ ਕੀ ਝੱਲਿਆ, ਪਰ ਅਸੀਂ ਆਪਣੀ ਜ਼ੁਬਾਨ ਨੂੰ ਫਿਰ ਵੀ ਤਾਲਾ ਲਾ ਕੇ ਬੈਠੇ ਹਾਂ ਕਿ ਸਾਡੇ ਬੋਲਣ ਨਾਲ ਕਿਤੇ ਕੱਲ੍ਹ ਨੂੰ ਕੋਈ ਇਹ ਨਾ ਕਹੇ ਕਿ ਅੰਦੋਲਨ ਨੂੰ ਢਾਹ ਲੱਗ ਗਈ। ਜੀ ਔਰ ਮੈਂ ਤੁਹਾਨੂੰ ਇਹ ਦੱਸੂੰ, ਕੋਈ ਨਹੀਂ, ਅੰਦੋਲਨ ਖਤਮ ਹੋ ਜਾਵੇ ਜੀ ਤੇ ਭੱਜ ਕੇ ਜਥੇਬੰਦੀਆਂ ਵੀ ਨਹੀਂ ਕਿਤੇ ਜਾ ਸਕਦੀਆਂ। ਜੀ ਨੌਜਵਾਨਾਂ ਦੇ ਉੱਤੇ ਜਾਂ ਹੋਰ, ਠੀਕ ਆ, ਉੱਥੇ ਇਹਨਾਂ ਨੂੰ ਇੱਕ ਗੱਲ ਕਹਿਣ ਨੂੰ ਮਿਲ ਗਈ, ਉਹ ਕੁਝ ਵੀ ਹੋਇਆ ਕਿ ਜਿਨ੍ਹਾਂ ਨੇ ਇਹਨਾਂ ਦੀ ਹੈਲਪ ਕੀਤੀ ਉਹਨਾਂ ਨੂੰ ਵੀ ਬੇਇੱਜ਼ਤ ਹੋਣਾ ਪਿਆ। ਹੋ ਸਕਦਾ ਕਿ ਉਹਨਾਂ ਦੇ ਵਿੱਚੋਂ ਮੈਂ ਵੀ ਇੱਕ ਹੋਵਾਂ, ਪਰ ਅਸੀਂ ਇਹ ਫਿਰ ਵੀ ਆਪਣਾ ਸਬਰ ਜਿਹੜਾ ਲੈ ਕੇ ਬੈਠੇ ਹੋਏ ਹਾਂ ਕਿ ਅੰਦੋਲਨ ਨੂੰ ਢਾਹ ਨਾ ਲੱਗੇ ਕੱਲ੍ਹ ਨੂੰ, ਤੇ ਕਿਸੇ ਸਾਡੀ ਵਜ੍ਹਾ ਨਾਲ, ਸਾਡੇ ਕਿਸੇ ਬੋਲ ਨਾਲ ਜਿਹੜਾ ਅੰਦੋਲਨ, ਕਿਉਂਕਿ ਇਹ ਅੰਦੋਲਨ ਜਥੇਬੰਦੀਆਂ ਦਾ ਨਹੀਂ, ਉਹ 40 ਬੰਦਿਆਂ ਦਾ ਨਹੀਂ, ਇਹ ਅੰਦੋਲਨ ਇਸ ਮੁਲਕ ਦੇ ਕਿਸਾਨਾਂ ਦਾ। ਕਿਸਾਨੀ ਬਚ ਗਈ, ਸਾਡਾ ਸਾਰਾ ਕੁਝ ਬਚ ਗਿਆ। ਜਿਹੜੇ ਕਰਨਗੇ ਸੋ ਭਰਨਗੇ, ਕੋਈ ਗੱਲ ਨਹੀਂ। ਇੱਥੇ ਹੀ ਪੰਜਾਬ ਹੈ, ਇੱਥੇ ਹੀ ਅਸੀਂ ਹਾਂ, ਤੇ ਇੱਥੇ ਹੀ ਉਹਨਾਂ ਨੇ ਆਉਣਾ। ਜੀ ਇੱਥੇ ਹੀ ਪੁੱਛਾਂਗੇ ਉਹਨਾਂ ਨੂੰ। ਜੇ SGPC ਨੂੰ ਪੁੱਛਾਂਗੇ ਵੀ ਉਹ ਕਿਤੇ ਜਾਣਗੇ, ਉਹਨਾਂ ਨੂੰ ਵੀ ਪੁੱਛਾਂਗੇ, ਸਾਰੇ ਹਿਸਾਬ ਹੋਣਗੇ। ਪਰ ਮੇਰਾ ਖਿਆਲ ਹੈ, ਮੈਂ ਤੁਹਾਡੇ ਮਾਧਿਅਮ ਰਾਹੀਂ ਹਰ ਸਿੱਖ ਨੂੰ, ਹਰ ਸੁਣਨ ਵਾਲੇ ਨੂੰ ਇਹ ਅਪੀਲ ਕਰਦਾ ਕਿ ਬਸ ਅੰਦੋਲਨ ਦੇ ਵਿੱਚ ਜੇ ਜਾਣਾ, ਇਹ ਸੋਚ ਕੇ ਅਸੀਂ ਜਾਈਏ ਕਿ ਇਹ ਉਹਨਾਂ ਦਾ ਨਹੀਂ, ਇਹ ਸਾਡਾ। ਜੀ ਇਹਦੀ ਜਿੱਤ ਹਾਰ, ਇੱਕ ਗੱਲ ਯਾਦ ਰੱਖਿਓ, ਇਹ ਮਸਲਾ ਹੁਣ ਫਸਲ ਦਾ ਨਹੀਂ ਰਿਹਾ, ਜੀ ਇਹ ਮਸਲਾ ਨਸਲ ਦਾ। ਜੀ ਇਹਦਾ ਚੰਗੇ ਮਾੜੇ ਦਾ ਪ੍ਰਭਾਵ ਤੁਹਾਡੀ ਨਸਲ ਨੇ ਭੁਗਤਣਾ, ਉਹਨੇ ਵਾਲੀ ਨੇ। ਫਸਲਾਂ ਤਾਂ ਹੋ ਸਕਦਾ ਹੁਣ ਨਰਿੰਦਰ ਮੋਦੀ ਹੋਣੀ ਜਿਹੜੇ 24 ਤੱਕ ਚੱਕਦੀ ਜਾਣ, ਮਤਲਬ ਵੀ ਕਿਤੇ ਉਹ ਕੋਈ ਵੀ ਗਵਰਨਮੈਂਟ ਜਿਹੜੀ ਹੈ ਰਿਸਕ ਨਹੀਂ ਲੈ ਸਕਦੀ ਕਿ ਇਸ ਵਜ੍ਹਾ ਨਾਲ ਉਹ ਬਦਨਾਮ ਹੋ ਜਾਵੇ। ਇੱਕ ਪਹਿਲਾਂ ਹੀ ਲੋਕਾਂ ਦੇ ਅੰਦਰ ਤਪਸ਼ ਹੈ ਇਸ ਗੱਲ ਦੀ। ਸੋ ਇਹ ਆਪਣੇ ਆਪ ਦੇ ਵਿੱਚ ਜਿਹੜੀ ਹੈ ਇਹਦੇ ਵਿੱਚ ਗੱਲਾਂ ਨੇ। ਜੀ ਸੋ ਭਾਈ ਸਾਹਿਬ, ਜਿੱਦਾਂ ਮਨਜਿੰਦਰ ਸਿੰਘ ਸਿਰਸਾ ਹੋਣਾ ਨੇ ਹੁਣ ਪਿੱਛੇ ਜੇ ਜੋ ਹਸਪਤਾਲ ਖੋਲ੍ਹਿਆ, ਉਸ ਦੀ ਵੀ ਬਹੁਤ ਸ਼ਲਾਘਾ ਹੋ ਰਹੀ ਹੈ, ਕਿਵੇਂ ਦੇਖਦੇ ਹੋ ਉਹਨੂੰ? ਮੇਰਾ ਖਿਆਲ ਹੈ ਕਿ ਜਦੋਂ ਸਿੱਖ ਸਟੱਡੀ ਨਹੀਂ ਕਰਨਗੇ ਜੀ ਕਿਸੇ ਵੀ ਗੱਲ ਦੀ, ਅਸਲ ਵਿੱਚ ਪਹਿਲਾਂ ਵੀ ਧੋਖੇ ਅਸੀਂ ਇੱਦਾਂ ਹੀ ਖਾਧੇ ਹਾਂ। ਜੀ ਤੁਸੀਂ 17 ਤੋਂ ਪਹਿਲਾਂ ਇੱਦਾਂ ਹੀ ਜੀ ਕੇ, ਬਾਦਲ ਤੋਂ ਬਾਗੀ ਹੋ ਕੇ ਇਸ ਤਰੀਕੇ ਨਾਲ ਵਿਚਿਆ, ਤੇ ਕਿ ਦਿੱਲੀ ਦੇ ਸਿੱਖਾਂ ਨੇ, ਕਿ ਆਮ ਸਿੱਖਾਂ ਨੇ ਕਿਹਾ ਨਹੀਂ ਜੀ ਇੱਥੇ ਬਾਦਲ ਦਲ ਦੀ ਕੋਈ ਦਖਲਅੰਦਾਜ਼ੀ ਨਹੀਂ। ਜੀ ਉਹਨੇ ਅਸਲ ਵਿੱਚ ਇਹ ਡਰਾਮਾ ਕੀਤਾ ਉੱਥੇ ਦੇ ਸਿੱਖਾਂ ਨੂੰ ਭਰਮਾਉਣ ਵਾਸਤੇ, ਤੇ ਸਿੱਖ ਭੁਲੇਖੇ ਵਿੱਚ ਆ ਕੇ ਉਹਨੂੰ ਪ੍ਰਧਾਨ ਬਣਾਤਾ। ਦੂਏ ਦਿਨ ਬਾਦਲ ਦੀ ਕੋਠੀ 'ਚ ਜਾ ਕੇ ਕਹਿੰਦਾ ਲਓ ਜੀ ਪ੍ਰਧਾਨ ਜੀ, ਤੁਹਾਨੂੰ ਜਿੱਤ ਕੇ ਕਮੇਟੀ ਦੇਤੀ। ਜੇ ਦਿੱਲੀ ਦੇ ਸਿੱਖਾਂ ਨੇ ਹੁਣ ਵੀ ਇਸ ਬੰਦੇ 'ਤੇ ਵਿਸ਼ਵਾਸ ਕਰ ਲਿਆ ਤਾਂ ਸਮਝ ਲਓ ਸਭ ਤੋਂ ਵੱਡਾ ਧੋਖਾ ਹੁਣ ਦਿੱਲੀ ਦੇ ਸਿੱਖ ਦੁਬਾਰੇ ਫੇਰ ਖਾਣਗੇ। ਇਹ ਡਰਾਮਾ, ਇਹ ਮੈਚ ਫਿਕਸਿੰਗ ਹੈ। ਸੇਵਾ ਦੀ ਸ਼ਲਾਘਾ ਜ਼ਰੂਰ ਕਰਾਂਗੇ ਜੀ, ਤੇ ਸਿਰਸੇ ਦੇ ਬਾਪ ਦੀ ਜਾਇਦਾਦ ਨਹੀਂ ਜਿੱਥੋਂ ਸਿਰਸਾ ਜਿਹੜਾ ਮਤਲਬ ਸੇਵਾ ਕਰ ਰਿਹਾ ਹੈ ਜੀ, ਉਹ ਸੰਗਤ ਦੇ ਪੈਸੇ ਨਾਲ ਕਰ ਰਿਹਾ ਹੈ ਜੀ। ਤੇ ਸਿਰਸੇ ਦੀ ਕਦੇ ਇਹ ਵੀ ਜਾਂਚ ਕਰਾ ਲਿਓ ਕਿ ਮੀਡੀਆ ਨੂੰ ਕਿੰਨੇ ਲੱਖ ਰੁਪਈਆ ਦਿੰਦਾ ਰੋਜ਼, ਜਿਹੜਾ ਮਹੀਨੇ ਦਾ, ਆਪਣੇ ਆਪ ਨੂੰ ਪ੍ਰੋਜੈਕਟ ਕਰ ਰਹੀ ਜੀ। ਹਸਪਤਾਲ ਦੇਖੋ, ਮੈਂ ਹੈਰਾਨ ਇਸ ਗੱਲ ਤੋਂ ਆ, ਹਸਪਤਾਲ ਬਣਾਇਆ ਕਾਰਸੇ ਵਾਲੇ ਬਾਬਾ ਬਚਨ ਸਿੰਘ ਨੇ, ਉਹਨਾਂ ਦਾ ਕੋਈ ਨਾਂ ਨਹੀਂ ਲੈ ਰਿਹਾ ਜੀ। ਇਹੀ ਸਾਡੀ ਜਿਹੜੀ ਆ, ਅਸੀਂ ਭੁਲੇਖਾ ਇੱਥੋਂ ਹੀ ਖਾਂਦੇ ਹਾਂ, ਇੱਥੋਂ ਹੀ ਅਸੀਂ ਮਗਰ ਲਾ ਕੇ, ਇਸੇ ਵਜ੍ਹਾ ਨਾਲ ਸਾਨੂੰ ਜਿਹੜਾ ਬਾਦਲ ਦਾ ਟੱਬਰ 20 ਸਾਲ ਬਰਬਾਦ ਕਰ ਗਿਆ। ਤਾਂ ਮੈਂ ਇਹ ਨਹੀਂ ਕਹਿੰਦਾ ਸਿਰਸੇ ਨੂੰ ਜਿਤਾਓ, ਸਭ ਕੁਝ ਕਰੋ, ਪਰ ਮਤ ਇਹ ਸੋਚਿਓ ਕਿਉਂਕਿ ਆਫਟਰ ਆਲ ਇਹ ਉਸ ਬਾਦਲ ਪਰਿਵਾਰ ਦਾ ਪੈਰੋਕਾਰ ਹੈ ਜੀ। ਜਿੰਨੀ ਦੇਰ ਤੱਕ ਇਹ ਬੰਦਾ ਉੱਥੋਂ ਨਿਖੇੜਾ ਨਹੀਂ ਕਰਦਾ, ਜਿੱਦਣ ਇਹ ਐਲਾਨ ਕਰ ਦੂਗਾ, ਐਲਾਨੀਆਂ ਕਹਿ ਦੂਗਾ, ਤਾਂ ਮੈਂ ਪਹਿਲਾਂ ਵੀ ਔਨ ਮੀਡੀਆ ਦੇ ਵਿੱਚ, ਮੈਂ ਵਿਦੇਸ਼ਾਂ 'ਚ ਵੀ ਕਿਹਾ ਸਭ ਤੋਂ ਪਹਿਲਾਂ ਸਰੋਪਾ ਅਸੀਂ ਪਾਵਾਂਗੇ ਇਹਦੇ ਜਾ ਕੇ। ਬਾਕੀ ਜਿਹੜੀ ਹਸਪਤਾਲ, ਹਾਂ
ਦੇਖੋ ਉਹਦੀ ਮੈਂ ਇੱਕ ਗੱਲ ਦੀ ਜਿਹੜੀ ਸ਼ਲਾਘਾ ਕਰਦਾ, ਦੇਖੋ ਨਿਰਾਪਰਾ ਇਹ ਨਹੀਂ ਸ਼ਲਾਘਾ ਇਹ ਕਰਦਾ ਕਿ ਦੇਖੋ ਬੀਜੇਪੀ ਦਾ 2 ਵਾਰੀ MLA ਰਿਹਾ ਜੀ, ਉਹਦੇ ਬਾਵਜੂਦ ਵੀ ਉਹਨੇ ਮੀਡੀਆ ਤੇ ਬੈਠ ਕੇ ਉਹਨਾਂ ਦੇ ਨਾਲ ਪੂਰੀ ਲੜਾਈ ਲੜੀ ਜੀ, ਉਹਦੀ ਕ੍ਰੈਡੀਬਿਲਿਟੀ ਬਣਦੀ ਆ ਉਸ ਗੱਲ ਦੀ। ਉਹਨੇ ਲੋਕਾਂ ਤੋਂ ਧੱਕੇ ਖਾ ਕੇ ਵੀ ਲੰਗਰ ਲਾਏ, ਲੋਕਾਂ ਦੇ ਵਿੱਚ ਵੜਿਆ, ਹਿੰਮਤ ਰੱਖੀ। ਪਰ ਹੁਣ ਜਿਹੜੇ ਲੰਗਰ ਲਾਏ, ਲੰਗਰ ਹੁਣ ਸਿਰਸੇ ਨੇ ਆਪਣੇ ਘਰੋਂ ਤਾਂ ਲਾਏ ਨਹੀਂ, ਹੁਣ ਹਸਪਤਾਲ ਬਣਾਤਾ ਸਿਰਸੇ ਨੇ ਆਪਣੇ ਘਰੋਂ ਤਾਂ ਬਣਾਇਆ ਨਹੀਂ। ਜੇ ਭਾਈ ਸਿਰਸੇ ਦੀ ਸ਼ਲਾਘਾ ਕਰਨੀ ਆ ਤਾਂ ਕਾਰਸੇ ਵਾਲਿਆਂ ਨੇ ਕੀ ਬੁਰਾ ਕਰਤਾ ਜਿਨ੍ਹਾਂ ਨੇ ਕਰੋੜਾਂ ਰੁਪਈਆ ਉੱਥੇ ਬਾਬਾ ਹਰਬੰਸ ਸਿੰਘ ਜੀ ਨੇ 30 ਕਰੋੜ ਅੱਜ ਤੋਂ 30 ਸਾਲ ਪਹਿਲਾਂ ਲਾਇਆ ਸੀ, ਜਦੋਂ 30 ਕਰੋੜ ਦੀ ਵੈਲਿਊ 3000 ਕਰੋੜ ਜਿੰਨੀ ਹੁੰਦੀ ਸੀ। ਸੋ ਇਸ ਕਰਕੇ ਜਦੋਂ ਵੀ ਸਾਨੂੰ ਇਹ ਐਨਾਲਿਸਿਸ ਕਰਨੇ ਚਾਹੀਦੇ ਨੇ, ਸਾਨੂੰ ਆਲ ਓਵਰ ਕਰਨਾ ਚਾਹੀਦਾ, ਜਿਹਦਾ ਜਿੰਨਾ ਕੁ ਕੰਟਰੀਬਿਊਸ਼ਨ ਹੈ ਉਹਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ। ਸਾਡੀ ਕੌਮ ਦੀ ਬਦਕਿਸਮਤੀ ਇਹੀ ਆ ਕਿ ਜਿਹੜੇ ਅਸਲੀ ਹੀਰੋ ਹੁੰਦੇ ਨੇ ਕਿਸੇ ਵੀ ਗੱਲ ਦੇ, ਜਿਹੜੇ ਅਸਲੀ ਨਾਇਕ ਹੁੰਦੇ ਨੇ ਉਹ ਲੁਕ ਜਾਂਦੇ ਨੇ, ਇੱਕ ਅੱਧਾ ਬੰਦਾ ਇੱਥੇ ਦਾਅ ਭਰ ਜਾਂਦਾ। ਤੇ ਹੁਣ ਆਹੀ ਕੰਮ ਦੇਖੋ ਅਕਾਲੀ ਦਲ ਸੀ, ਕਿੱਡੀ ਵੱਡੀ ਜਮਾਤ ਸੀ, ਕਿਤੇ ਹੁਣ ਪ੍ਰਕਾਸ਼ ਸਿੰਘ ਬਾਦਲ ਨਹੀਂ ਕੋਈ ਕੁਰਬਾਨੀ ਥੋੜੀ ਸੀ, ਮਰ ਗਏ ਲੋਕ ਹੋਰ ਕੁਰਬਾਨੀਆਂ ਕਰਦੇ ਤੇ ਰਾਜ ਇੱਕ ਟੱਪਰ ਕਰ ਗਿਆ 20 ਸਾਲ। ਦੂਜੇ ਰੁਲ ਗਏ, ਦੂਜੇ ਪਹਿਲਾਂ ਵੀ ਰੁਲੇ ਸੀ ਹੁਣ ਵੀ ਰੁਲੇ ਹੋਏ ਨੇ। ਇਹਦਾ ਬਾਦਲ ਹੋਰੀ ਬਾਦਲ ਸਾਹਿਬ ਦੀ ਗੱਲ ਕਰਦੇ, ਬਾਦਲ ਸਾਹਿਬ ਕਹਿੰਦੇ ਨੇ ਮੈਂ ਪੰਥ ਵਿੱਚ ਜੇਲ੍ਹਾਂ ਦੇ ਵਿੱਚ ਰਿਹਾ, ਤੇ ਜੇ ਜੇਲ੍ਹਾਂ ਦੇ ਵਿੱਚ ਰਹੇ ਨੇ ਤੇ ਰਾਜ ਵੀ ਉਹਨਾਂ ਨੇ ਕੀਤਾ, ਰਾਜ ਵੀ ਹੋਰ ਕਿਸੇ ਨੂੰ ਉਹਨਾਂ ਨੇ ਕਰ ਨਹੀਂ ਦਿੱਤਾ। ਜੇ ਸਰਦਾਰ ਗੁਰਚਰਨ ਸਿੰਘ ਟੌਹੜਾ ਨੇ ਇੰਨੀ ਕੁ ਗੱਲ ਕਹਿਤੀ ਸੀ ਪ੍ਰਧਾਨ ਕਿਸੇ ਹੋਰ ਨੂੰ ਬਣਾ ਦਿਓ, ਤੇ ਉਹ 80 ਸਾਲ ਦਾ ਬਜ਼ੁਰਗ ਸੜਕ ਤੇ ਬਿਠਾਦਾ ਸੀ ਕੱਢ ਕੇ। ਮੈਂ ਤਾਂ ਉਦੋਂ ਮੇਰੀ ਸੁਰਤ ਸੰਭਾਲੀ ਆ, 19-20 ਸਾਲ ਦੀ ਉਮਰ ਸੀ, ਤੇ ਅਸੀਂ ਉਹ ਸਮਾਂ ਦੇਖਿਆ। ਟੌਹੜਾ ਸਾਹਿਬ ਦਾ ਮੇਰੇ ਪਿਤਾ ਜੀ ਨਾਲ ਬੜਾ ਪਿਆਰ ਸੀ, ਜੋ ਮਾਨਸਿਕ ਤੌਰ ਤੇ ਉਹਨਾਂ ਨੂੰ ਜਲੀਲ ਕੀਤਾ। ਤੇ ਜੇ ਕੋਈ ਇਹਨਾਂ ਦਾ ਯੋਗਦਾਨ ਸੀ, ਉਹ ਕਿਹੜਾ ਜੇਲ੍ਹ ਦੇ ਵਿੱਚ ਨਹੀਂ ਗਏ ਸੀ, ਉਹਨਾਂ ਨੇ ਜੇਲ੍ਹ ਕਿਹੜਾ ਨਹੀਂ ਕੱਟੀ ਸੀ, ਉਹਨਾਂ ਨੇ ਲੋਕਾਂ ਨੂੰ ਬੜੇ ਰੁਜ਼ਗਾਰ ਦਿੱਤੇ, ਧਾਰਮਿਕ ਤੌਰ ਤੇ ਵੀ ਪਰਪੱਕ ਸੀ। ਤੋ ਇਸ ਲਈ ਇਹ ਜਿਹੜਾ ਜੇਲ੍ਹ ਜਾਣਾ ਸੀ ਨਾ, ਦੇਖੋ ਤੁਸੀਂ ਹਿਸਟਰੀ ਪੜ੍ਹੋ, ਕਿਤਾਬਾਂ ਪੜ੍ਹੋ, ਜੇਲ੍ਹ ਕਾਹਦੀ ਜਾਂਦੇ ਸੀ, ਉਹ ਤਾਂ ਰੈਸਟ ਹਾਊਸਾਂ ਜਾਂਦੇ ਸੀ। ਉਧਰ 1984 ਦਾ ਅਟੈਕ ਹੋ ਰਿਹਾ ਸੀ ਤੇ ਇਹ ਆਪਣਾ ਅਰੈਸਟ ਹੋ ਗਏ, ਕਿਉਂਕਿ ਉਹ ਬਚਣਾ ਸੀਗਾ ਮਾਹੌਲ ਤੋਂ। ਸੋ ਇਸ ਕਰਕੇ ਇਹਨਾਂ ਦੀ ਜਿਹੜੀ ਜੇਲ੍ਹ ਆ ਉਹਦੇ ਤੇ ਪਹਿਲਾਂ ਵੀ ਬੜੇ ਕਿੰਤੂ ਪਰੰਤੂ ਉੱਠੇ ਨੇ। ਸੋ ਬਾਕੀ ਤਾਂ ਗੱਲ ਇਹ ਆ, ਇਹ ਗੱਲਾਂ ਨਹੀਂ, ਬਾਦਲ ਸਾਹਿਬ ਨੂੰ ਆਪਣੇ ਜਿਉਂਦੇ ਜੀ ਇਹ ਹਿਸਾਬ ਦੇਣਾ ਪਊਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੁਹਾਡੇ ਰਾਜ ਦੇ ਵਿੱਚ ਹੋਈ। ਤੁਸੀਂ ਚੀਫ ਮਿਨਿਸਟਰ ਸੀ, ਤੁਸੀਂ ਜਿਨ੍ਹਾਂ ਨੇ ਗੋਲੀ ਚਲਵਾਈ ਪੁਲਿਸ ਵਾਲਿਆਂ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ, ਤੁਸੀਂ ਉਹਨਾਂ ਨੂੰ ਫੜਿਆ ਨਹੀਂ। ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ, ਉਹ ਸਾਡੇ ਭਗੜਾਣੇ ਦਾ ਇੱਕ ਨੌਜਵਾਨ, ਇੱਕ ਮੋਹਾਲੀ ਦਾ, ਉਹਨਾਂ ਨੇ ਉਹਨੂੰ ਸੋਧਾ ਲਾਇਆ ਜੇਲ੍ਹ ਦੇ ਵਿੱਚ, ਉਹ ਬੱਚਿਆਂ ਨੇ, ਤੇ ਉਹ ਕਾਂਗਰਸ ਸਰਕਾਰ ਨੇ ਫੜ ਕੇ ਉਹਨੂੰ ਅੰਦਰ ਦਿੱਤਾ, ਜਿਹਨੇ ਮਿੱਥ ਕੇ 45 ਮੈਂਬਰੀ ਕਮੇਟੀ ਦਾ ਜਿਹੜਾ ਮੈਂਬਰ ਸੀ, ਕਿਹੜਾ ਸੀ ਪਿੱਛੇ ਜੇ ਜਿਹੜਾ ਹੋਇਆ, ਉਹਨੂੰ ਨਹੀਂ ਫੜਿਆ। ਬਲਕਿ ਉਹਨੂੰ ਫੜਨਾ ਤਾਂ ਕੀ ਸੀ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਤੋਂ ਬਾਅਦ ਉਹਦੇ ਨਾਲ 2 ਜਿਪਸੀਆਂ ਸਿਕਿਉਰਟੀ ਦੀਆਂ ਲਾਤੀਆਂ, ਉਹ ਇਨਾਮ ਦਿੱਤਾ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ। ਇਸ ਕਰਕੇ ਇਹਨਾਂ ਨੂੰ ਇਹੀ ਕਾਰਨ ਕਿ ਗੁਰੂ ਗ੍ਰੰਥ ਦੇ ਨਾਲ ਜਿਹੜਾ ਇਹ ਧੋਖਾ ਕੀਤਾ। ਅਸੀਂ ਇਹ ਨਹੀਂ ਕਹਿੰਦੇ ਕਿ ਬਾਦਲ ਸਾਹਿਬ ਨੇ ਆਪ ਕਰਾਈ ਹੈ ਬੇਅਦਬੀ, ਇੰਨਾ ਤਾਂ ਚਲੋ ਮਾੜੇ ਤੋਂ ਮਾੜਾ ਬੰਦਾ ਵੀ ਇਹ ਚੀਜ਼ ਨਹੀਂ ਸੋਚ ਸਕਦਾ, ਅਸੀਂ ਕਦੇ ਇਹ ਐਲੀਗੇਸ਼ਨ ਨਹੀਂ ਲਾਇਆ। ਪਰ ਜੇ ਤੁਹਾਡੇ ਸਾਹਮਣੇ ਤੁਹਾਡੇ ਗੁਰੂ ਦੀ ਕਿਸੇ ਨੇ ਮਤਲਬ ਬੇਅਦਬੀ ਕੀਤੀ ਆ, ਤੁਸੀਂ ਉਹਨੂੰ ਸਜ਼ਾ ਦੇਣ ਦੀ ਬਜਾਏ ਤੁਸੀਂ ਉਹਨੂੰ ਪਾਲਿਆ, ਤੇ ਫਿਰ ਇਹਨੂੰ ਕੀ ਕਹਾਂਗੇ? ਭਾਈ ਸਾਹਿਬ SGPC ਦੀ ਆਪਾਂ ਗੱਲ ਕਰ ਲਈ ਤਾਂ SGPC ਦੇ ਵਿੱਚ ਜੋ ਕਰਪਸ਼ਨ ਆ, ਜੋ ਉਸ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਆ ਬੇਅਦਬੀਆਂ ਤੇ, ਉਸ ਤੋਂ ਬਾਅਦ 328 ਸਰੂਪ ਜੋ ਮਹਾਰਾਜ ਦੇ ਉਹ ਲਾਪਤਾ ਨੇ, ਹੈ ਨਾ, ਹੁਣ ਤੱਕ ਉਹਨਾਂ ਦੀ ਕੋਈ ਉੱਗ ਸੁੱਗ ਨਹੀਂ ਹੈ। ਉਸ ਦੇ ਬਾਰੇ ਕੀ, ਉਸ ਦੇ ਨਾਲ ਹੀ ਜਿਹੜੀ ਕਰਪਸ਼ਨ ਇੱਥੇ ਚੱਲ ਰਹੀ ਆ ਉਹਦੇ ਬਾਰੇ ਕੀ ਕਹੋਗੇ ਤੁਸੀਂ SGPC ਮੈਂਬਰ ਹੋ? ਦੇਖੋ, ਜਦੋਂ ਨਾ ਇੱਕ ਆਪਣੇ ਪੰਜਾਬੀ ਦੀ ਕਹਾਵਤ ਆ, ਜਿਹੜੀਆਂ ਮੱਝਾਂ ਨੂੰ ਚਮਜੂਆਂ ਚਿੰਬੜ ਜਾਂਦੀਆਂ ਨਾ, ਤੇ ਜੇ ਕਿਤੇ ਮੱਝ ਦੀ ਡੈਥ ਹੋ ਜਾਵੇ ਤੇ ਉਹ ਨਾਲ ਹੀ ਖਤਮ ਹੋ ਜਾਂਦੀਆਂ ਨੇ। ਅਸਲ ਵਿੱਚ ਜਦੋਂ ਇਹ ਸ਼੍ਰੋਮਣੀ ਕਮੇਟੀ ਨੂੰ ਚਲਾਉਣ ਵਾਲੇ ਜਿਹੜੇ ਨੇ, ਜਦੋਂ ਉਹ ਇਸ ਪ੍ਰਬੰਧ 'ਚੋਂ ਬਾਹਰ ਹੋ ਗਏ ਨਾ, ਇਹ ਆਪਣੇ ਆਪ ਸਾਰਾ ਕੁਝ ਬੰਦ ਹੋ ਜਾਣਾ, ਕਰਪਸ਼ਨ ਵੀ ਬੰਦ ਹੋਊਗੀ, ਤੇ ਗੁਰੂ ਸਾਹਿਬ ਦਾ ਜਿਹੜਾ ਸਨਮਾਨ ਸਤਿਕਾਰ ਦੀ ਗੱਲ ਹੈ ਉਹ ਵੀ ਬਹਾਲ ਹੋਊਗੀ, ਸਾਰਾ ਕੁਝ ਠੀਕ ਹੋ ਜਾਊਗਾ। ਕਿਉਂਕਿ ਅੱਜ ਇਹ ਇੱਕ ਪੋਲੀਟੀਕਲ ਅੱਡਾ ਬਣ ਚੁੱਕਿਆ। ਤਾਂ ਸਿੱਖ ਕੌਮ ਹੁਣ ਇਹ ਚਾਹੁੰਦੀ ਹੈ ਕਿ ਗੁਰੂ ਘਰ ਜਿਹੜੇ ਨਿਰੋਲ ਧਾਰਮਿਕ ਹੋਣੇ ਚਾਹੀਦੇ ਨੇ। ਇੱਥੇ ਦੇਖੋ, ਹੁਣ ਗੱਲ ਇਹ ਆ ਕਿ ਦੂਜੀਆਂ ਪਾਰਟੀਆਂ 'ਚ ਸਿੱਖ ਨਹੀਂ ਰਹਿੰਦੇ, ਤੇ ਇੱਥੇ 24 ਘੰਟੇ ਮਤਲਬ ਜਿਹੜੇ ਨੇ ਅਕਾਲੀ ਲੀਡਰ ਆਪਣੀਆਂ ਮੀਟਿੰਗਾਂ ਕਰਦੇ ਨੇ, ਆਪਣਾ ਦੁਕਾਨਦਾਰੀਆਂ ਗੁਰਦੁਆਰਿਆਂ 'ਚ ਚਲਾਉਂਦੇ ਨੇ। ਜਦ ਦੂਜੀਆਂ ਪਾਰਟੀਆਂ ਨੇ ਆਪਣੇ ਦਫ਼ਤਰ ਬਣਾਏ ਹੋਏ ਨੇ, ਪੋਲੀਟੀਕਲ ਪਾਰਟੀਆਂ ਨੇ, ਤਾਂ ਅਕਾਲੀ ਕਿਉਂ ਇੱਥੇ ਮੀਟਿੰਗਾਂ ਕਰਨ ਆ ਕੇ ਬਈ? ਉਹ ਕਿਉਂ ਨਹੀਂ ਆਪਣੇ ਦਫ਼ਤਰ ਬਣਾਉਂਦੇ ਹੈਗੇ? ਤਾਂ ਇਸ ਕਰਕੇ ਇਕੱਲਾ ਹੁਣ ਇਹ ਤਾਂ ਹੈ ਨਹੀਂ ਵੀ ਜਿਹੜਾ ਇੱਥੇ ਮੱਥਾ ਟੇਕਿਆ ਜਾਂਦਾ ਉਹ ਅਕਾਲੀ ਉਹ ਟੇਕਦੇ ਨੇ ਆ ਕੇ, ਬਲਕਿ ਟੇਕਦੀ ਸੰਗਤ ਆ। ਸੋ ਇਹ ਚੀਜ਼ਾਂ ਨੇ ਜਿਹੜੀਆਂ ਨਾ, ਸਿੱਖਾਂ ਨੂੰ ਹੁਣ ਅਵੇਅਰਨੈਸ ਹੈਗੀ, ਸਿੱਖ ਹੁਣ ਜਾਗਰੂਕ ਹੋ ਗਏ। ਸਿੱਖ ਇਸ ਗੱਲ ਦੇ ਉੱਤੇ, ਚਾਹੇ ਦੇਸ਼ ਵਿੱਚ ਬੈਠਾ ਚਾਹੇ ਵਿਦੇਸ਼ ਵਿੱਚ ਬੈਠਾ, ਕਿਸਾਨੀ ਅੰਦੋਲਨ ਤੋਂ ਬਾਅਦ ਸਿੱਖਾਂ ਦੇ ਸਾਹਮਣੇ ਸਭ ਤੋਂ ਵੱਡੀ ਹੁਣ ਚੁਣੌਤੀ ਸ਼੍ਰੋਮਣੀ ਕਮੇਟੀ ਹੋਇਆ ਵੀ ਇਹਨੂੰ
ਕਿਵੇਂ ਮੁੜ ਕੇ ਬਹਾਲ ਕਰਨਾ। ਅੱਜ ਭਾਈ ਰਵੀ ਸਿੰਘ ਦੀ ਤੁਸੀਂ ਗੱਲ ਕੀਤੀ, ਇੱਕ ਵਿਅਕਤੀ ਥੋੜ੍ਹਾ ਜਿਹਾ ਯਤਨ ਕਰਕੇ ਸਿੱਖਾਂ ਨੂੰ ਨਾਲ ਲੈ ਕੇ ਅੱਜ ਪੂਰੀ ਦੁਨੀਆ ਦੇ ਵਿੱਚ ਉਹ ਆਪਣਾ ਨਾਂ ਜਿਹੜਾ ਅੱਜ ਖਾਲਸਾ ਏਡ ਨੂੰ ਖੜਾ ਕਰ ਗਿਆ ਜੀ। ਅਤੇ ਸ਼੍ਰੋਮਣੀ ਕਮੇਟੀ ਨੂੰ ਤਾਂ ਜਿੰਨਾ ਕੁਛ ਰਵੀ ਸਿੰਘ ਦੀ ਸਾਰੀ ਜ਼ਿੰਦਗੀ ਲਾ ਕੇ ਪਹਿਲਾਂ ਉਹਨੇ ਇਕੱਠਾ ਕੀਤਾ, ਫਿਰ ਵੰਡਣਾ ਸ਼ੁਰੂ ਕੀਤਾ। ਸ਼੍ਰੋਮਣੀ ਕਮੇਟੀ ਕੋਲ ਆਲਰੇਡੀ ਪਿਆ ਜੀ। ਜੇ ਬਗਦਾਦ ਦੇ ਵਿੱਚ ਉਹ ਜਾ ਸਕਦਾ ਤਾਂ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਜਾ ਸਕਦੀ ਜੀ। ਤੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਸਿੱਖ ਜਿਹੜੇ ਸੋਚ ਰਹੇ ਨੇ ਜੀ। ਤਾਂ ਭਾਈ ਸਾਹਿਬ, ਤੁਸੀਂ ਵੀ ਪੰਥਕ ਅਕਾਲੀ ਲਹਿਰ ਵੱਲੋਂ ਸਰਗਰਮ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਸੰਗਤ ਨੂੰ ਕਿੱਦਾਂ ਆਪਣਾ ਜਾਗਰੂਕ ਕਰ ਰਹੇ ਹੋ? ਦੇਖੋ ਜੀ, ਮੇਰਾ ਬੇਸ ਆ ਗੁਰਮਤਿ ਦਾ ਪ੍ਰਚਾਰ ਕਰਨਾ ਜੀ। ਮੇਰੀ ਡਿਊਟੀ ਪਰਮਾਤਮਾ ਨੇ ਮੈਂ ਸਮਝਦਾ ਲਾਈ ਆ ਕਥਾ ਕੀਰਤਨ ਦੀ, ਮੈਂ ਨਿਭਾ ਰਿਹਾ। ਉਹਦੇ ਨਾਲ ਨਾਲ ਇਹ ਜਿਹੇ ਪ੍ਰਚਾਰਕ ਜਥਾ ਰੰਧਾਵਾ ਇੱਕ ਸੰਸਥਾ ਜਿਹਨੇ ਕੌਮ ਦੇ ਲਈ ਬਹੁਤ ਕੁਛ ਕੀਤਾ ਜੀ, ਵੱਡੀ ਦੇਣ ਆ, ਸੇਵਾ ਕੀਤੀ। ਤੋ ਅੱਜ ਅਸੀਂ ਪੰਥ ਦੀ ਜਿਹੜੀ ਆਵਾਜ਼ ਆ ਉਹ ਬੁਲੰਦ ਕਰ ਰਹੇ ਹਾਂ ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਦੀ ਜਿਹੜੀ ਆ ਅਗਵਾਈ ਦੇ ਵਿੱਚ ਜੀ। ਤੋ ਉਹਦੇ ਲਈ ਜਿੰਨੀ ਕੁ ਮੇਰੀ ਕਪੈਸਿਟੀ ਹੈ ਮੈਂ ਉਹ ਤੋਂ ਉੱਪਰ ਉੱਠ ਕੇ ਉਹ ਤੋਂ ਅੱਗੇ ਜਾ ਕੇ ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਆਪਣੀ ਭੁੱਖ ਤੋਂ ਜੀ, ਕਿਉਂਕਿ ਮੈਂ ਇਹ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਮੈਨੂੰ ਜ਼ਿੰਦਗੀ ਦੇ ਵਿੱਚ ਪਰਮਾਤਮਾ ਨੇ ਜਿੰਨਾ ਕੁ ਦੇਤਾ, ਜਿੱਥੇ ਕੁ ਮੈਨੂੰ ਰੱਖਿਆ ਹੋਇਆ ਹੈ, ਮੈਨੂੰ ਲੱਗਦਾ ਕਿ ਇਸ ਤੋਂ ਵੱਧ ਹੁਣ ਮੇਰੇ ਲਈ ਹੋਰ ਕੁਛ ਨਹੀਂ ਹੈਗਾ। ਸ਼ਾਇਦ ਮੇਰੀ ਇੰਨੀ ਵੀ ਔਕਾਤ ਨਹੀਂ ਸੀ ਜੋ ਕੁਛ ਪਰਮਾਤਮਾ ਨੇ ਮੈਨੂੰ ਦਿੱਤਾ। ਸੋ ਮੈਂ ਇਹੀ ਆਪਣੀ ਐਫਰਟ ਹੈ ਕਿ ਮੇਰਾ ਜਿੰਨਾ ਕੁ ਵੀ ਮੈਂ ਦੇ ਸਕਦਾ, ਸੇਵਾ ਕਰ ਸਕਦਾ ਕਿਸੇ ਵੀ ਰੂਪ ਦੇ ਵਿੱਚ, ਨੌਜਵਾਨਾਂ ਨੂੰ ਜੋੜਨ ਦੇ ਵਿੱਚ, ਸੰਗਤ ਨੂੰ ਲਾਮਬੰਦ ਕਰਨ ਦੇ ਵਿੱਚ, ਉਹ ਅਸੀਂ ਪ੍ਰਚਾਰ ਰਾਹੀਂ ਵੀ, ਪਿੰਡਾਂ ਰਾਹੀਂ ਵੀ ਹਰ ਹੀਲੇ ਮਤਲਬ ਜਿਹੜਾ ਇਹ ਟੱਕਰਾ ਕਰਾਂਗੇ, ਮੁਕਾਬਲਾ ਕਰਾਂਗੇ। ਅਤੇ ਅਸੀਂ ਕਿਸੇ ਵੀ ਗੱਲ ਤੋਂ ਜਿਹੜਾ ਪਿੱਠ ਨਹੀਂ ਦਿਖਾਵਾਂਗੇ, ਕਿਉਂਕਿ ਚੱਲਦੀ ਸਰਕਾਰ ਦੇ ਵਿੱਚ 2015 ਦੇ ਵਿੱਚ ਅਸੀਂ ਵਿਰੋਧ ਕਰਕੇ ਨਿਕਲੇ ਸੀ ਉਹਨਾਂ ਤੋਂ। ਅਕਾਲੀ ਦਲ ਬਾਦਲ ਦੀ ਜਿਹੜੀ ਕਮੇਟੀ ਦੇ ਵਿੱਚੋਂ ਰਿਜ਼ਾਈਨ ਕੀਤਾ ਸੀ, ਭਾਵੇਂ ਮੇਰਾ ਕੋਈ ਉਹਨਾਂ ਨਾਲ ਲੈਣਾ ਦੇਣਾ ਸੀ, ਪਰ ਐਜ ਏ ਸੰਤ ਸਮਾਜ ਦਾ ਮੈਂਬਰ, ਅਤੇ ਅਸੀਂ ਕਦੇ ਉਹਨਾਂ ਦੀ ਪਰਵਾਹ ਨਹੀਂ ਕੀਤੀ। ਉਸ ਤੋਂ ਬਾਅਦ 2-3 ਸਾਲ ਰਾਜ ਰਿਹਾ ਜੀ। ਤੋ ਇਸ ਕਰਕੇ ਬਥੇਰੇ ਲੋਕੀ ਸੀਗੇ ਜਿਨ੍ਹਾਂ ਨੇ ਬਾਣੇ ਵੀ ਪਾਏ ਹੋਏ ਨੇ, ਬਾਬੇ ਵੀ ਕਹਾਉਂਦੇ ਨੇ, ਅਸਤੀਫੇ ਵੀ ਦਿੱਤੇ, ਮੁੜ ਕੇ ਫੇਰ ਉੱਥੇ ਉਹਨਾਂ ਦੀ ਕੱਛ 'ਚ ਬੜੇ ਬੈਠੇ ਨੇ, ਕੋਈ ਮੀਤ ਪ੍ਰਧਾਨ ਬਣਿਆ ਬੈਠਾ, ਕੋਈ ਕੁਛ ਬਣਿਆ ਬੈਠਾ। ਸੋ ਇਹ ਸਵਾਲ ਨੇ ਕੌਮ ਦੇ ਸਾਹਮਣੇ ਜੀ। ਤੋ ਇਕੱਲਾ ਅਸੀਂ ਇੱਕ ਪ੍ਰਚਾਰਕ ਨਹੀਂ ਜਾਂ ਇੱਕ ਸ਼੍ਰੋਮਣੀ ਕਮੇਟੀ ਨਹੀਂ, ਅੱਜ ਸਾਡੇ ਕਿਰਦਾਰ ਜਿਹੜੀ ਆ ਉਹ ਕਿਤੇ ਨਾ ਕਿਤੇ ਅਸੀਂ ਸਾਡੀ ਕਰਨੀ ਕਥਨੀ, ਸਾਡਾ ਕਰਮ ਜਿਹੜਾ ਉਹ ਢਿੱਲਾ ਹੋਇਆ ਅਤੇ ਉਹਨੂੰ ਜਗਾਉਣ ਦੀ ਲੋੜ ਹੈ ਜੀ। ਸੋ ਭਾਈ ਸਾਹਿਬ, ਕੋਈ ਸੰਦੇਸ਼, ਕੋਈ ਅਪੀਲ ਸੰਗਤ ਨੂੰ? ਦੇਖੋ, ਮੈਂ ਸ਼ਹੀਦਾਂ ਦੇ ਅਸਥਾਨ 'ਤੇ ਬੈਠ ਕੇ ਮੈਂ ਕਦੇ ਵੀ ਇਹ ਗੱਲ ਨਹੀਂ ਸਮਝਦਾ, ਮੈਂ ਆਪਣੀ ਔਕਾਤ ਨਹੀਂ ਸਮਝਦਾ ਕਿ ਮੈਂ ਸੰਦੇਸ਼ ਦੇ ਸਕਾਂ। ਮੈਂ ਤਾਂ ਬੇਨਤੀ ਕਰ ਸਕਦਾ। ਸੋ ਮੇਰੀ ਸਨਿਮਰ ਬੇਨਤੀ ਇਹੀ ਹੈ ਕਿ ਸਾਡੇ ਲਈ ਅੱਜ ਸਭ ਤੋਂ ਪਹਿਲੀ ਗੱਲ ਕਿਸਾਨ ਅੰਦੋਲਨ ਹੈ ਜੀ, ਅਤੇ ਪ੍ਰਮਾਤਮਾ ਕਿਰਪਾ ਕਰੇ ਉਹਦੇ ਵਿੱਚ ਅਸੀਂ ਚੰਗੀ ਜਿੱਤ ਪ੍ਰਾਪਤ ਕਰੀਏ, ਕਿਸਾਨਾਂ ਦੀ ਜਿੱਤ ਹੋਵੇ। ਕਿਸਾਨੀ ਜਿਉਂਦੀ ਹੈ, ਕਿਸਾਨ ਖੁਸ਼ਹਾਲ ਹੈ ਤਾਂ ਪੰਜਾਬ ਖੁਸ਼ਹਾਲ ਹੈ, ਪੰਜਾਬ ਖੁਸ਼ਹਾਲ ਹੈ ਤਾਂ ਸਿੱਖ ਖੁਸ਼ਹਾਲ ਨੇ, ਜੇ ਸਿੱਖ ਖੁਸ਼ਹਾਲ ਨੇ ਅਤੇ ਫਿਰ ਸਿੱਖ ਹਰ ਲੜਾਈ ਨੂੰ ਲੜਨ ਦੇ ਲਈ ਸਮਰੱਥ ਨੇ। ਉਸ ਤੋਂ ਬਾਅਦ ਸਾਡੇ ਲਈ ਇੱਕੋ ਟਾਰਗੇਟ ਹੋਣਾ ਚਾਹੀਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਥਾਂ ਸਿਰ ਲਿਆਉਣਾ, ਅਕਾਲ ਤਖਤ ਸਾਹਿਬ ਦੀ ਜਿਹੜੀ ਹੈ ਪ੍ਰਭੂ ਸੱਤਾ ਦੀ ਬਹਾਲੀ ਹੋਵੇ। ਤੋ ਇਹੀ ਸਾਡੇ ਸਾਹਮਣੇ ਚੁਣੌਤੀ ਹੈ। ਬਾਕੀ ਜਦੋਂ ਗੁਰੂ ਨੇ ਕਿਰਪਾ ਕਰਨੀ ਸਰ ਜੀ। ਭਾਈ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਾਨੂੰ ਭਾਈ ਗੁਰਪ੍ਰੀਤ ਸਿੰਘ ਜੀ ਰੰਧਾਵਾ, ਜਿਨ੍ਹਾਂ ਨੇ SGPC ਚੋਣਾਂ ਬਾਰੇ ਆਪਣੇ ਨਾਲ ਗੱਲਬਾਤ ਕੀਤੀ ਹੈ ਅਤੇ ਕਿਸਾਨ ਅੰਦੋਲਨ ਬਾਰੇ ਇਹਨਾਂ ਨੇ ਕਿਹਾ ਵੀ ਸਾਨੂੰ ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ਨੂੰ ਮੱਦੇ-ਨਜ਼ਰ ਰੱਖਣਾ ਚਾਹੀਦਾ ਅਤੇ ਉਸ ਤੋਂ ਬਾਅਦ ਜੋ ਸਾਡੇ ਵਾਦ ਵਿਵਾਦ ਨੇ ਉਹਨਾਂ ਦੀ ਗੱਲਬਾਤ ਅਸੀਂ ਪੰਜਾਬ ਆ ਕੇ ਕਰਾਂਗੇ। ਕੈਮਰਾ ਪਰਸਨ ਮਨਪ੍ਰੀਤ ਸਿੰਘ ਦੇ ਨਾਲ ਰਾਜਵੀਰ ਸਿੰਘ, ਸ਼੍ਰੀ ਫਤਿਹਗੜ੍ਹ ਸਾਹਿਬ।